ਜਿਹੜੇ ਕੁਐਸਚਨ ਨੇ ਉਹ ਦੇਖਿਓ। ਐਕਸਰਸਾਈਜ਼ 8.3 ਤਿਕੋਣਮਿਤੀ ਬਾਰੇ ਜਾਣ ਪਛਾਣ। ਇਹਦੇ ਵਿੱਚ ਅੱਗੇ ਫਾਰਮੂਲੇ ਕੀ ਹੈਗੇ ਜਿਹੜੇ ਆਪਾਂ ਟੇਬਲ ਦੇ ਵਿੱਚ ਪੜ੍ਹੇ ਸੀ, ਧਿਆਨ ਹੋਵੇ ਜਿਹੜਾ ਆਪਾਂ ਬਾਕਸ ਟੇਬਲ ਬਣਾਇਆ ਸੀ ਉਹਦੇ ਵਿੱਚ ਆਪਾਂ ਪੜ੍ਹੇ ਸੀ sin 0 ਦੀ ਵੈਲਿਊ ਸਾਨੂੰ ਪਤਾ ਸੀ, sin 30 ਦੀ ਵੈਲਿਊ ਪਤਾ ਸੀ, ਹੈ ਨਾ। ਕੁਛ ਇਸ ਤਰ੍ਹਾਂ ਦੇ ਕੋਣ ਪੜ੍ਹੇ ਸੀ। sin 60 ਦੀ ਵੈਲਿਊ ਪਤਾ ਸੀ ਟੇਬਲ ਤੋਂ ਸਾਨੂੰ, sin 90 ਦੀ ਵੈਲਿਊ ਪਤਾ ਸੀ। ਕੁਛ ਪਾਰਟੀਕੂਲਰ ਸੀ ਜਿਵੇਂ 30 45 60 90 ਇਹਨਾਂ ਦੀ ਵੈਲਿਊ ਪਤਾ ਸੀ। ਉਹਨਾਂ ਤੋਂ ਇਲਾਵਾ ਕੁਝ ਕੋਣ ਨੇ ਉਹਨਾਂ ਨੂੰ ਸਵਾਲਾਂ ਦੇ ਵਿੱਚ ਆ ਜਾਣ ਤਾਂ ਉਹਨੂੰ ਅਸੀਂ ਕਿਵੇਂ ਹੱਲ ਕਰੀਏ, ਉਹਦੇ ਵਾਸਤੇ ਕੁਝ ਨਾ ਫਾਰਮੂਲੇ ਦਿੱਤੇ ਹੋਏ ਨੇ ਜਿਵੇਂ ਕਿਸ ਤਰ੍ਹਾਂ ਹੈ। ਇਹਦੇ ਅਗਰ sin 90 ਮਾਈਨਸ ਥੀਟਾ ਹੋਵੇ, ਥੀਟਾ ਮਤਲਬ 90 ਮਾਈਨਸ ਕਿੰਨਾ ਵੀ ਕੋਣ ਹੋਵੇ, ਜਿਵੇਂ 90 ਮਾਈਨਸ 30 ਲਿਖ ਲਈਏ ਸੀ ਇਹਨੂੰ ਜੀ, ਕਿਸੇ ਵੀ ਕੋਣ ਲਿਖ ਲਈਏ ਸੀ sin 90 ਮਾਈਨਸ 30 ਤਾਂ ਉਸ ਨੂੰ ਅਸੀਂ ਕੀ ਲਿਖ ਸਕਦੇ ਹਾਂ cos ਥੀਟਾ। ਯਾਨੀ ਕਿ ਜਿਹੜਾ ਕੋਣ ਲਿਖਿਆ ਹੋਇਆ ਇੱਥੇ ਆ ਜਾਂਦਾ ਤੇ sin ਦਾ ਬਣ ਜਾਂਦਾ cos। ਜੇ ਕਿਤੇ ਸਾਨੂੰ ਇਸ ਤਰ੍ਹਾਂ ਮਿਲ ਜੇ sin 90 ਮਾਈਨਸ ਥੀਟਾ ਪਤਾ ਕੀ ਬਣੇਗਾ cos ਥੀਟਾ, ਯਾਨੀ ਕਿ ਆਹੀ ਕੋਣ ਲਿਖਿਆ ਹੈ। ਐਸੇ ਤਰ੍ਹਾਂ cos ਦਾ cos ਵੀ ਦੇ ਬਰਾਬਰ ਹੀ ਹੈ। 90 ਮਾਈਨਸ ਥੀਟਾ ਮਿਲ ਜੇ ਜੀ ਤਾਂ ਉਹਦਾ ਕੀ ਬਣ ਜਾਂਦਾ ਫਿਰ sin ਥੀਟਾ। ਕਲੀਅਰ? ਇਹ ਦੋਨੋਂ ਦਾ ਕਲੀਅਰ ਹੈ। sin ਦਾ cos ਬਣ ਜਾਂਦਾ ਹੈ, cos ਦਾ sin ਬਣ ਜਾਂਦਾ ਜੇਕਰ 90 ਮਾਈਨਸ ਥੀਟਾ ਹੋਵੇ। ਇਸ ਤਰ੍ਹਾਂ ਹੀ tan ਤੇ cot ਦਾ ਹੈ। tan ਦਾ tan 90 ਮਾਈਨਸ ਥੀਟਾ ਮਿਲ ਜੇ ਸਾਨੂੰ ਤਾਂ tan 90 ਮਾਈਨਸ ਥੀਟਾ ਨੂੰ ਅਸੀਂ ਲਿਖ ਸਕਦੇ ਹਾਂ cot ਥੀਟਾ, ਹੈ ਨਾ। ਤੇ cot 90 ਮਾਈਨਸ ਥੀਟਾ ਨੂੰ ਅਸੀਂ ਅਗਰ cot 90 ਮਾਈਨਸ ਥੀਟਾ ਮਿਲ ਜੇ ਤਾਂ ਉਹਨੂੰ ਅਸੀਂ tan ਥੀਟਾ। ਇਸ ਤਰ੍ਹਾਂ ਹੀ secant ਤੇ cosecant ਦਾ ਪੇਅਰ ਬਣ ਜਾਂਦਾ ਹੈ। ਜੇ secant 90 ਮਾਈਨਸ ਥੀਟਾ ਮਿਲ ਜੇ ਸਾਨੂੰ ਤਾਂ ਉਸ ਨੂੰ ਅਸੀਂ ਲਿਖ ਸਕਦੇ ਹਾਂ cosecant ਥੀਟਾ। ਤੇ ਜੇ cosecant 90 ਮਾਈਨਸ ਥੀਟਾ ਮਿਲ ਜੇ ਤਾਂ ਉਸ ਨੂੰ ਲਿਖ ਸਕਦੇ ਹਾਂ sec। ਇਹਨੂੰ ਬੜਾ ਧਿਆਨ ਰੱਖੋ, ਬਸ ਇਹ ਧਿਆਨ ਰੱਖੋ ਵੀ ਦੋ ਦੇ ਪੇਅਰ ਹੈ, sin ਦਾ cos ਹੈ, tan ਦਾ cot ਹੈ, sec ਦਾ cosecant ਹੈ। ਜਿਹੜਾ ਵੀ 90 ਮਾਈਨਸ ਮਿਲ ਜੇ ਉਹਦਾ ਦੂਜਾ ਬਣ ਜਾਂਦਾ ਹੈ, sin ਦਾ cos, tan ਦਾ cot ਤੇ secant ਦਾ cosecant। ਇਹਦੇ ਆਧਾਰ ਤੇ ਅਸੀਂ ਕੁਝ ਸਵਾਲ ਕਰਾਂਗੇ। ਬਿਲਕੁਲ ਆਸਾਨ ਸਵਾਲ ਹੈ, ਕੁਝ ਵੀ ਕੰਮ ਨਹੀਂ ਇਹਨਾਂ ਦੇ ਵਿੱਚ। ਇੱਕ ਨੰਬਰ ਦਾ ਸਵਾਲ ਇਹਦੇ ਵਿੱਚ ਜ਼ਰੂਰ ਪੁੱਛਿਆ ਜਾਂਦਾ ਹੈ ਪੇਪਰ ਦੇ ਵਿੱਚ, ਪੂਰੀ ਉਮੀਦ ਹੈ ਕਿਉਂਕਿ ਬਹੁਤ ਹੀ ਆਸਾਨ ਸਵਾਲ ਹੈ, ਕੁਝ ਵੀ ਨਹੀਂ ਕਰਨਾ ਸੀ। ਦੇਖੋ ਜੀ ਅਸੀਂ 8.3 ਐਕਸਰਸਾਈਜ਼ ਦੇਖੀਏ, ਐਕਸਰਸਾਈਜ਼ 8.3 ਦੇਖੀਏ ਤਾਂ ਉਹਦੇ ਵਿੱਚ ਕੁਝ ਸਵਾਲ ਦੇ ਰੱਖਿਆ ਸਾਨੂੰ ਪਹਿਲਾਂ ਹੀ। ਕਹਿੰਦੇ ਇਹਦੀ ਵੈਲਿਊ ਪਤਾ ਕਰੋ sin 18 ਵਟੇ cos 72, sin 18 ਵਟੇ cos 72, sin 18 ਵਟੇ cos 72। ਹੁਣ ਦੇਖੀ ਧਿਆਨ ਨਾਲ, ਸਾਡੇ ਕੋਲੇ ਜੋ ਪਹਿਲਾਂ ਜਿੰਨੇ ਵੀ ਸਵਾਲ ਕਰੇ ਹੈ ਉਹਦੇ ਚ ਇਹ ਕੋਣ ਇਹੋ ਜਿਹਾ ਹੁੰਦਾ ਸੀ ਜਿਹਦੀ ਸਾਨੂੰ ਟੇਬਲ ਤੋਂ ਵੈਲਿਊ ਪਤਾ ਹੁੰਦੀ ਸੀ। ਜਿਵੇਂ sin 30 ਟੇਬਲ ਤੋਂ ਦੇਖ ਲੈਂਦੇ ਸੀ, cos 45 ਟੇਬਲ ਤੋਂ ਦੇਖ ਲੈਂਦੇ ਸੀ, ਹੈਨਾ। ਹੁਣ 18 ਦਾ ਟੇਬਲ ਦੇ ਵਿੱਚ ਨਹੀਂ, 18 ਵਾਲਾ ਤਾਂ ਆਪਣੇ ਕੋਲ ਟੇਬਲ ਦੇ ਵਿੱਚ ਹੈ ਨਹੀਂ, ਦੀ ਵੈਲਿਊ ਕਿਵੇਂ ਕੱਢੀਏ ਸੀ। ਫਿਰ ਉੱਥੇ ਅਸੀਂ ਆਹ ਫਾਰਮੂਲੇ ਯੂਜ਼ ਕਰਾਂਗੇ ਜਿਹੜੇ ਹੁਣ ਤੁਹਾਨੂੰ ਦੱਸੇ ਸੀ। ਕਿਸ ਤਰ੍ਹਾਂ ਯੂਜ਼ ਕਰਾਂਗੇ ਇਹ ਸਵਾਲ ਦੀ ਤੁਹਾਨੂੰ ਪਹਿਚਾਣ ਕਿਵੇਂ ਹੋਊਗੀ ਕਿ ਤੁਹਾਡੇ ਐਂਗਲ ਇਹ ਜਿਹੇ ਹੋਣਗੇ ਜਿਹੜੇ ਤੁਹਾਨੂੰ ਟੇਬਲ ਦੇ ਵਿੱਚ ਨਾ ਮਿਲਣ। ਦੂਜਾ, ਇਹਨਾਂ ਦੋਨਾਂ ਦਾ ਜੋੜ 90 ਬਣਦਾ ਹੋਊਗਾ ਸ਼ੋਰਲੀ, ਇਹਨਾਂ ਦੋਨਾਂ ਦਾ ਜੋੜ 90 ਬਣੂਗਾ ਹਮੇਸ਼ਾ। ਇਹਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਇਸ ਨੂੰ ਮੈਂ ਐਵੇਂ ਲਿਖ ਸਕਦਾ, ਧਿਆਨ ਨਾਲ ਦੇਖੋ, sin 18 ਸੀਗਾ ਨਾ, ਜਿਵੇਂ 18 ਨੂੰ ਐ ਲਿਖ ਜਾ 90 ਚੋਂ 72 ਘਟਾ ਲਿਆ ਫਿਰ ਵੀ ਤਾਂ 18 ਹੀ ਹੁੰਦੇ ਆ। sin 18 ਸੀ, 18 ਨੂੰ ਮੈਂ ਲਿਖਤਾ 90 ਮਾਈਨਸ 72, ਗੱਲ ਲਿਖੋ ਹੀ ਹੈ, ਇਹ ਵੀ 18 ਹੀ ਹੈ। ਥੱਲੇ ਨੂੰ ਨਹੀਂ ਛੇੜਨਾ, ਮੈਂ ਥੱਲਾ ਉਹ ਲਿਖਣੀ ਪਿਆ cos 72। ਹੁਣ ਅਸੀਂ ਹੁਣੇ ਫਾਰਮੂਲਾ ਪੜਿਆ ਸੀ sin 90 ਮਾਈਨਸ ਥੀਟਾ ਹੋਵੇ ਤਾਂ ਉਹਨੂੰ ਕੀ ਲਿਖ ਦੇਣਾ ਸੀ cos ਥੀਟਾ, ਪੜਿਆ ਸੀ ਨਾ। ਤਾਂ ਉਤਲੇ ਨੂੰ ਮੈਂ ਕੀ ਲਿਖੂਗਾ cos 72 ਤੇ ਥੱਲੇ ਵੀ cos 72 ਹੈ, ਕੱਟ ਗਏ ਇੱਕ ਉੱਤਰ, ਸਮਝੇ ਵੀ? ਓਕੇ, ਕੋਈ ਔਖਾ ਕੰਮ ਨਹੀਂ, ਕਰਨ ਦਾ ਤਰੀਕਾ ਪਤਾ ਲੱਗ ਗਿਆ। ਗਾਂ ਤੁਹਾਨੂੰ ਸਵਾਲ ਇਸ ਤਰ੍ਹਾਂ ਦਾ ਮਿਲ ਜੇ ਕੋਈ ਵੀ ਆਪਣੇ ਕੋਲੋਂ ਸਿੱਧੀ ਹੀ ਉਹਦੀ ਵੈਲਿਊ ਸੀ ਫਾਰਮੂਲੇ ਦੇ ਵਿੱਚ, ਤੁਹਾਨੂੰ ਸਵਾਲ ਆਪਣੇ ਕੋਲੋਂ ਵੀ ਲਿਖ ਸਕਦਾ ਬੰਦਾ। tan 10 ਡਿਗਰੀ ਬਟੇ cot 80 ਡਿਗਰੀ, ਇਹਨਾਂ ਦੋਨਾਂ ਜੋੜ ਦੇਖੋ 90 ਬਣਦਾ। ਆ tan ਦਾ cot ਹੋਵੇ, sin ਦਾ cos ਹੋਵੇ, cosecant ਦਾ secant ਉਹਦੀ ਵੈਲਿਊ ਇੱਕ ਆਉਂਦੀ, ਚੈੱਕ ਕਰਕੇ ਦੇਖ ਲਓ। ਇਹਨੂੰ ਚੈੱਕ ਨੂੰ ਚੇਂਜ ਕਰ ਲਿਓ, ਭਾਵੇਂ ਇਹਨੂੰ ਚੇਂਜ ਕਰ ਲਿਓ, ਭਾਵੇਂ ਇਹਨੂੰ ਚੇਂਜ ਕਰ ਲਿਓ, ਕਿਸੇ ਨੂੰ ਚੇਂਜ ਕਰ ਲਿਓ, ਇੱਕ ਨੂੰ ਚੇਂਜ ਕਰ ਲਿਓ। ਇਹਨੂੰ ਹੀ ਲਿਖ ਸਕਦੇ ਅਸੀਂ cot 90 ਮਾਈਨਸ ਕਿੰਨੇ, 90 ਚੋਂ ਕਿੰਨੇ ਘਟਾਈਏ ਅਸੀਂ ਆਊਗਾ 10, ਹੈ ਨਾ। ਇੱਕ ਹੋਰ ਧਿਆਨ ਰੱਖਿਓ ਕਿ ਤੁਸੀਂ ਗਲਤੀ ਕੀ ਕਰੋਗੇ, ਆ sin ਹੈ, sin ਦਾ sin ਹੀ ਰਹਿਣਾ ਇੱਥੇ। ਮੈਂ ਇਸੇ ਚੀਜ਼ ਨੂੰ ਐਵੇਂ ਲਿਖਿਆ ਜਦੋਂ 90 ਛੱਡਤਾ ਉਦੋਂ cos ਬਣੂਗਾ ਇਹ, ਜਦੋਂ 90 ਛੱਡਤਾ ਤੁਸੀਂ ਇੱਥੇ cos ਲਿਖਣ ਦੀ ਕੋਸ਼ਿਸ਼ ਕਰੋਗੇ।
गलती पहले दस रहा है जितने गलती कराई सी साइन 18 है इन्हें तुम की लिखो cos 90 माइनस थीटा लिखो नहीं ये तो साइन ही है साइन ਨੂੰ ਅਸੀਂ ਲਿਖਣ ਦਾ ਤਰੀਕਾ ਬਦਲਿਆ 18 ਨੂੰ ਅਸੀਂ 90 ਮਾਈਨਸ 72 ਲਿਖਤਾ ਕੱਲੇ 18 ਨੂੰ ਚੇਂਜ ਕਰਿਆ ਸੀ ਕੱਲੇ 18 ਨੂੰ ਹੁਣ ਕੁਝ ਵੀ ਨਹੀਂ ਚੇਂਜ ਕਰਿਆ 18 ਨੂੰ ਕੀ ਲਿਖਤਾ 90 ਮਾਈਨਸ 72 ਕਲੀਅਰ ਹੈ ਇਹ ਗਲਤੀ ਨਹੀਂ ਕਰਨੀ ਸੀ ਹੋਰ ਦੇਖਿਓ ਇਹਦੇ ਵਿੱਚ ਅੱਗੇ ਸਵਾਲ ਜਿਵੇਂ ਅੱਗੇ tan 26 cot 64 ਹੈ ਬਿਲਕੁਲ ਆਪਣੇ ਆਪ ਕਰ ਸਕਦੇ ਆ ਦੋਨਾਂ ਦਾ ਜੋੜ 90 ਡਿਗਰੀ ਬਣਦਾ ਹੈ ਹੋ ਸਕਦਾ ਹੈ ਨਾ ਉਸ ਤੋਂ ਅਗਲਾ ਦੇਖਿਓ ਜਿਵੇਂ अगे cos 48 माइनस sin 42 cos 48 माइनस sin 42 है ना आई है हाँ जी देखो पहले तो sin का cos होगा दोनों जोड़ 90 होगा अगर है अपना सवाल इस तरह से है हम ਇਹਦਾ ਸਵਾਲ ਉੱਤਰ ਨਾ ਲਿਖਦੇ ਇੱਕ ਉਹ ਤਾਂ ਬਟਿਆ ਸੀ ਬਟੇ ਵਾਲੇ ਦਾ ਇੱਕ ਹੁੰਦਾ ਨਾ ਇਹਦਾ ਕੀ ਬਣੂ ਇਹਦੇ ਚ ਇੱਕ ਨੂੰ ਚੇਂਜ ਕਰ ਲਓ ਕਿਸੇ ਨੂੰ ਚੇਂਜ ਕਰ ਲਓ 90 ਮਾਈਨਸ ਥੀਟਾ ਲਿਖ ਲਓ ਜਿਹਨੂੰ ਮਰਜ਼ੀ ਲਿਖ ਲਓ ਚਲੋ ਮੈਂ ਪਹਿਲੇ ਨਹੀਂ ਲਿਖਦਾ cos है cos का cos लिखता ਇਹਨੂੰ 90 ਮਾਈਨਸ ਬਣਾ ਕੇ ਲਿਖਣਾ ਹੈ ਚੇਂਜ ਕਰਕੇ ਲਿਖਣਾ ਹੈ ਤੇ ਤਾਂ ਕੀ ਬਣਾਵਾਂ 90 ਚੋਂ ਕਿੰਨੇ ਘਟਾ 48 ਲੈ ਜਾਣੀ ਆ ਘਟਾ ਜੋੜ ਚ ਵੀ ਮੱਥਾ ਪਕਾਈ ਕਰਨੀ ਲੋੜ ਨਹੀਂ ਬਸ ਇਹਦੇ ਆ ਘਟਾ ਦੇ ਦੂਜੇ ਆ ਨਾ ਬਾਕੀ ਹੋਵੇ ਲਿਖ ਦੋ ਸਾਰਾ ਬਸ ਮੈਂ ਇਸ ਸਵਾਲ ਦੇ ਵਿੱਚ ਸਿਰਫ ਇਹਨੂੰ ਚੇਂਜ ਕਰਿਆ ਆ ਲਿਖਿਆ ਬਾਕੀ ਸਾਰਾ ਸੇਮ ਕਲੀਅਰ cos 90 ਮਾਈਨਸ ਥੀਟਾ ਕੀ ਦਾ sin ਥੀਟਾ sin 42 sin 42 घटा दिया प्लस या माइनस भी कट गए 0 एक नंबर का सवाल जरूर होना अगे इसके नाल दे कोसिकेंट 31 माइनस सीकेंट 59 अपने आप करना है ठीक है आंसर ਉਹਦਾ ਵੀ 0 ਹੋगा पर हल करके दिखाना ਤੁਸੀਂ ਤੁਹਾਨੂੰ फार्मूले की जानकारी होगी ठीक है उस तो बाद दूसरा पार्ट है tan 48 tan 23 tan 48 tan 23 23 डिग्री tan 42 tan 60 tan 42 tan 60 सारे tan 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 42 tan बराबर एक ਇਹਦੇ ਬਰਾਬਰ ਇੱਕ ਪ੍ਰੂਫ ਕਰਨਾ ਹੈ ਇਹਦੀ ਵੈਲਿਊ ਇੱਕ ਹੁੰਦੀ ਹੈ ਅਸੀਂ ਇਹਦੀ ਲੈਫਟ ਹੈਂਡ ਸਾਈਡ ਲੈ ਕੇ ਚੱਲੀਏ ਇਹ ਖੱਬਾ ਪਾਸਾ ਲੈ ਕੇ ਚੱਲੀਏ ਖੱਬਾ ਪਾਸਾ ਸਾਰੇ tan tan ਹੈ ਚੈੱਕ ਕਰੋ ਕਿੰਨਾ ਦੋਵਾਂ ਦਾ ਜੋੜ 90 ਬਣ ਰਿਹਾ ਕਿੰਨਾ ਦੋਵਾਂ ਦਾ ਜੋੜ 90 ਬਣ ਰਿਹਾ देखो 48 ਤੇ 42 ਦਾ ਜੋੜ 90 ਹੁੰਦਾ ਹੈ 23 ਤੇ 67 ਦਾ ਜੋੜ 90 ਹੁੰਦਾ ਹੈ ਹੈਨਾ ਇਹਨਾਂ ਦੋਨਾਂ ਚੋਂ ਇੱਕ ਨੂੰ ਚੇਂਜ ਕਰ ਲਓ ਇਹਨਾਂ ਦੋਨਾਂ ਚੋਂ ਇੱਕ ਨੂੰ ਚੇਂਜ ਕਰ ਦਿਓ ਠੀਕ ਹੈ ਆਪਾਂ ਪਹਿਲੇ ਦੋ ਨੂੰ ਚੇਂਜ ਕਰ ਲੈਣੇ ਆ ਚਾਹੇ ਪਹਿਲੇ ਦੋ ਨੂੰ ਇਹਦੇ ਚ ਲੈ ਰਾਜੇ ਆਪਾਂ ਤੇ ਇਹਦੇ ਵਿੱਚ ਜਿੰਨਾਂ ਦਾ ਜੋੜ 90 ਬਣਦਾ ਦੇਖੋ ਉਹਨਾਂ ਐਵੇਂ ਨਾ ਕਰ ਲਿਓ ਕਿ ਇਹਨਾਂ ਦੋਨਾਂ ਨੂੰ ਬਦਲ ਦਿਓ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਬਦਲੋ ਜਿਹੜੇ ਪੇਅਰ ਬਣਦਾ ਇਹਦਾ ਇਹਦੇ ਨਾਲ ਜੋੜਾ ਬਣਦਾ ਇਹਦਾ ਇਹਦੇ ਨਾਲ ਬਣਦਾ ਹੈਨਾ ਜਦੋਂ ਇਹਨਾਂ ਦੋਨਾਂ ਨੂੰ ਬਦਲ ਲਈਏ ਮਗਰਲੇ ਦੋਨਾਂ ਨੂੰ ਰੱਖ ਲਈਏ ਚਾਹੇ ਮਗਰਲੇ ਦੋਨਾਂ ਨੂੰ ਬਦਲ ਲਓ ਮੂਹਰੇ ਦੋ ਰੱਖ ठीक है ਇਹਨੂੰ ਚੇਂਜ ਕਰ ਲੈਣਾ tan ਦਾ tan ਹੀ ਰਹੂਗਾ ਇੱਕ ਵਾਰੀ ਦਾ 48 ਨੂੰ ਲਿਖਣਾ ਮੈਂ 90 ਚੋਂ ਕਿੰਨੇ ਘਟਾਵਾਂ 48 ਦੇ ਲੂਗਾ ਇਹਦਾ 42 ਦਾ ਜੋੜ ਬਣਦਾ 90 ਮਾਈਨਸ 42 ਇਹਨੂੰ ਲਿਖ ਲਓ tan 23 ਹੈ 90 ਚੋਂ ਕਿੰਨੇ ਘਟਾਵਾਂਗੇ 23 ਬਣ ਜੇ ਸਟਾਰਟ ਕਰਾ ਦਿਓ ਨਾ ਬਾਕੀ ਨੂੰ ਛੇੜਨਾ ਉਹਨੇ ਲਿਖ ਦਿਓ tan 42 ਤੇ tan ਸਟਾਰਟ कली लेफ्ट हैंड साइड लेके जिन्हें बराबर एक नहीं लिखते वो अपने आप ही आगे की वैल्यू लिखता है tan 90 माइनस थीटा की कॉट है ना tan 90 माइनस थीटा cot थीटा tan 90 माइनस थीटा cot थीटा cot 60 बाकी हो गए tan 42 ਤੇ tan 67 ठीक आ दोनों cot बन गए आ दोनों tan बने हुए दोनों अगे फार्मूला होता है ਅਸੀਂ लिख सकते हैं cot थीटा ਨੂੰ ਜਾਂ tan ਨੂੰ ਤੁਸੀਂ ਲਿਖ ਲਓ cot थीटा बराबर होता है 1 बटे tan cot ਨੂੰ ਸੀ ਲਿਖਣਾ ਹੋਵੇ ਤੇ 1 बटे tan ਵੀ ਲਿਖ ਸਕਦੇ ਹਾਂ tan ਨੂੰ 1 बटे cot ਵੀ ਲਿਖ ਸਕਦੇ ਹਾਂ ਤੁਹਾਡੀ ਮਰਜ਼ੀ ਹੈ ਅਸੀਂ tan थीटा ਨੂੰ 1 बटे cot थीटा ਵੀ ਲਿਖ ਸਕਦੇ ਹਾਂ ਜਿਵੇਂ ਬਰਾਬਰ ਹੁੰਦੀ ਹੈ ਤਾਂ ਫਿਰ ਮੈਂ cot ਦੀ ਥਾਂ ਤੇ ਲਿਖ ਦਿਆਂ tan थीटा cot ਨੂੰ ਲਿਖਦਾ 1 बटे tan है ना ऐसे लिखना है 1 बटे tan cot का tan बन गया थीटा हुई होगा पहले अब गुणा का निशान है निशान है 1 बटे ऐसे भी लिखना है cot को tan में बदल दिए tan 60 इन्हों नहीं बदल दे इन्हों में भी बदल दे tan 42 tan 60 आप
बटे चाहे ऊपर इन्होंने कट गए अब इन्हें कट गया और सात कट गया की रह गया 1 गुणा 1 गुणा 1 ठीक मगरले दोनों से छीड़े ही सारे सवाल के ਵਿੱਚੋਂ नहीं पे जे नहीं मूरले दोनों की कार्रवाई करनी जो भी करी पहला 90 माइनस थीटा लिखा ना 90 माइनस तो बन गया कॉट दे विच कॉट ਨੂੰ ਇੱਕ ਵਾਰ ਹਟਾਇਆ ਕੁਝ ਵੀ ਨਹੀਂ ਸਵਾਲ ਦੇ ਵਿੱਚ ਬਿਲਕੁਲ ਆਸਾਨ ਹੈ ਸਵਾਲ क्लियर और देखो ਇਹਦਾ ਇੱਕ ਸੈਕਿੰਡ ਪਾਰਟ ਹੋ ਰਿਹਾ ਦੇਖੋ ਕਰਨ ਵਾਲਾ ਲੱਗਦਾ ਤੁਹਾਨੂੰ ਕਿ ਆਪਣੇ ਆਪ ਕਰੋਗੇ सेकंड पार्ट अपने आप करके देखो ठीक है क्वेश्चन नंबर 3 देखियो ਇਹਦਾ तीसरा क्वेश्चन नंबर 3 ਦੇ ਵਿੱਚ ਕੀ ਹੈ ਜੇਕਰ tan 2a बराबर cot tan 2a बराबर tan 2a बराबर cot a minus 18 a minus 18 दो एक न्यून कोण है तो ए का मुल पता करो ए की वैल्यू फाइंड करनी है ए की वैल्यू फाइंड करनी है इधर 10 है इधर कौन है असं कुछ इस तरह बना के देखिए देखो ए की वैल्यू फाइंड करनी है सानू पहले तो 10 के कॉट तो लेने पैने ये नहीं चाहिए एलिमिनेट कर देना ये कदों होणगे ज्यादा दोनों पासे 10 होई छड्ड देंगे ਜਾਂ दोनों पासे कॉट होई फिर भी छड्ड देंगे इसको है ना सर इस तरह बना के लिखो भी दोनों पासे इहदा इक्को जिहा बन गया दोनों पासे सेम बन गया इसमें इस तरह लिखिए किसी ने चेंज कर लिए चाहे इनू कर लिए चाहे इनू कर लिए गल एक ठीक है जिसनू मर्जी चेंज कर लो कोई गल नहीं आप इसमें लिखने लगे जी tan 2a है किस दी वैल्यू tan 2a हो मैं देखो इसमें लिखा नहीं इतने ध्यान रखो इतने tan का cot लिख रहा है जे वैल्यू लिखा cot 90 माइनस 2a लिख जाएगी ਇਹਦੀ ਵੈਲਿਊ ਆ ਨਹੀਂ ਹੁੰਦੀ ਦੇਖੋ cot 90 ਮਾਈਨਸ ਥੀਟਾ ਕੀ ਨਾ tan ਥੀਟਾ है ना ਇੱਥੇ ਧਿਆਨ ਦਿਓ ਮੈਨੂੰ 90 ਮਾਈਨਸ ਦੇ ਨਾਲ ਨੂੰ ਚੇਂਜ ਕਰਕੇ ਲਿਖਿਆ ਪਿਛਲੇ ਸਵਾਲਾਂ 'ਚ ਕੁਝ ਹੋਰ ਤਰੀਕਾ ਸੀ ਥੋੜਾ ਜਿਹਾ ਉਹਦੇ 'ਚ ਇਕੱਲੇ ਥੀਟੇ ਨੂੰ ਚੇਂਜ ਕਰ ਰਹੇ ਸੀ ਜੇ ਮੈਂ ਥੀਟੇ ਨੂੰ ਚੇਂਜ ਕਰਕੇ ਲਿਖਦਾ ਥੋੜਾ ਲੰਬਾ ਜਾਣਾ ਸਵਾਲ ਨੂੰ ਇੱਥੇ ਮੈਂ tan ਦਾ ਹੀ ਲਿਖਦਾ ਨਾ ਜੀ ਲਿਖਿਆ ਜਾਣਾ ਸੀ tan ਦਾ ਵੀ tan 90 ਮਾਈਨਸ ਥੀਟਾ ਬਣਾ ਕੇ ਲਿਖੋ ਕਾਫੀ ਉਲਝਣਾ ਸਮਝ ਨਹੀਂ ਆਉਣੀ ਸੀ ਇਹਨੂੰ ਸੌਖਾ ਕਰਨ ਦਾ ਤਰੀਕਾ ਲਿਖਿਆ ਮੈਂ ਇਹ ਵਧੀਆ भी इसमें इस तरह लिखो भी एदी वैल्यू आ होगी tan ਨੂੰ ਸੀ cot ਲਿਖਤਾ 90 माइनस आही कोण है ਜਿਹਨੂੰ ਚੈੱਕ ਕਰੋ ਇਹ cot 90 माइनस थीटा ਕੀ ਨਾ tan थीटा बराबर की है कोण इक्वली cot a माइनस 18 दोनों पासे cot ਛੱਡਦਾ ਕੀ ਰਹਿ ਗਿਆ ਸਾਡੇ ਕੋਲ 90 माइनस 2a बराबर a माइनस 18 2a उधर ले लो 18 इधर ले आओ 90 प्लस 18 हो गया इधर आगे प्लस हो गया माइनस आ इधर ए पे सी 2 इधर जाके प्लस का हो गया ते 90 ਦੇ 18 अपने को 108 2 ਤੇ 1 3 ਤਾਂ a बराबर ਸਾਡੇ ਕੋਲ ਕੀ ਆ ਗਿਆ 108 बटे 3 3 दिए 9 1 3 6 18 a बराबर 36 डिग्री ਤੇ ਨਿਊਨ ਕੋਣ ਹੈ 36 डिग्री ਨਿਊਨ ਹੁੰਦਾ 90 ਤੋਂ ਛੋਟਾ ਨਾ ਤੇ ਬਾਕੀ 90 ਤੋਂ ਛੋਟਾ ਇਹ ਦੀ ਵੈਲਿਊ ਹੋਣੀ बिल्कुल आसान कुछ भी नहीं एक होर देखे ना चौथा क्वेश्चन नंबर 4 अच्छा सवाल है जी जेकर tan a बराबर cot b हो tan a बराबर cot b हो ठीक दोनों बराबर दे रखे तो सिद्ध करो कि a प्लस b बराबर 90 डिग्री तो सिद्ध करो a प्लस b बराबर 90 डिग्री बिल्कुल आसान सवाल छोटा जिहा सवाल साडे कोले तरीका की है इस सवाल ਨੂੰ ਕਰਨ ਦਾ भी सानू tan cot नहीं चाहिए इन्हां ਨੂੰ एलिमिनेट करना है इन्हां ਨੂੰ गायब करना है करना तरीका की है 90 माइनस थीटा तो मैं tan ਨੂੰ ऐ भी लिख सकदा है cot 90 माइनस a लिख दिया तो ਉਹਦਾ मतलब tan ही ਹੁੰਦਾ है ਇਹਨੂੰ ਹੋਵੇ ਪੈਰੈਂਟ cot b cot ਛੱਡ ਦਿਓ की लगे 90 माइनस a बराबर b ए दूसरे पासे ले जाओ 90 बराबर b प्लस a या a प्लस b गल कोई सिद्ध हो गया ठीक है ना बिल्कुल आसान सवाल है ਇਹੋ ਜਿਹੇ सवाल पेपर ਦੇ ਵਿੱਚ ਜ਼ਰੂਰ ਆਉਣਗੇ ਇਸ ਵਾਰ ठीक है तो ध्यान ਨਾਲ करना ਨੂੰ ओके